Hello everyone, you are welcome in third part of partnership. So partnership ਦੇ ਦੋ ਪਾਰਟ ਆਪਾਂ ਕਰ ਚੁੱਕੇ ਹਾਂ. So meaning, features, partnership deed meaning, contents, then right of partners ਅਸੀਂ first part ਚ ਕਵਰ ਕਰ ਲਿਆ ਸੀਗਾ. ਉਸ ਤੋਂ ਬਾਅਦ ਅਸੀਂ accounting for partnership ਦੇ ਵਿੱਚ profit and loss, appropriation account, journal entries ਤੇ ਉਸ ਤੋਂ ਬਾਅਦ preparation of profit and loss account ਦੀ ਇੱਕ example ਕੀਤੀ ਸੀਗੀ. इस वीडियो ਦੇ ਵਿੱਚ ਅਸੀਂ ਨੈਕਸਟ ਪਾਰਟ ਕਰਾਂਗੇ. ਸੋ ਹੈਗਾ ਪ੍ਰਬੰਧਕਾਂ ਦੀ ਤਨਖਾਹ, ਕਮਿਸ਼ਨ ਆਦਿ ਦੀ ਲੇਖਾ ਵਿਧੀ, ਯਾਨੀ ਅਕਾਊਂਟਿੰਗ ਟ੍ਰੀਟਮੈਂਟ ਆਫ ਮੈਨੇਜਰ, ਸੈਲਰੀ, ਕਮਿਸ਼ਨ, ਐਕਸਟਰਾ. ਦੇਖੋ ਆਪਾਂ ਜਦੋਂ ਵੀ ਕੋਈ ਬਿਜ਼ਨਸ ਹੁੰਦਾ ਉਹਦੇ ਵਿੱਚ ਨਾ ਮੈਨੇਜਰ ਅਪੁਆਇੰਟ ਕੀਤੇ ਜਾਂਦੇ ਆ. ਕਈ ਵਾਰ ਤਾਂ ਜਿਹੜੇ ਮੈਨੇਜਰਸ ਹੁੰਦੇ ਆ ਉਹ ਬਾਹਰੋਂ ਅਪੁਆਇੰਟ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਸੈਲਰੀ ਦਿੱਤੀ ਜਾਂਦੀ ਹੈ, ਯਾਨੀ ਉਹ ਪਾਰਟਨਰ ਨਹੀਂ ਹੁੰਦੇ. ਪਰ ਕਈ ਵਾਰ ਕੀ ਹੁੰਦਾ ਵਾ, ਫਰਮ ਦੇ ਵਿੱਚੋਂ ਹੀ ਕਿਸੇ ਨੂੰ ਮੈਨੇਜਰ ਅਪੁਆਇੰਟ ਕਰ ਦਿੱਤਾ ਜਾਂਦਾ ਵਾ. ਜਦੋਂ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ, ਦੋਨਾਂ ਦੇ ਅਕਾਊਂਟਿੰਗ ਟ੍ਰੀਟਮੈਂਟ ਦੇ ਵਿੱਚ ਡਿਫਰੈਂਸ ਹੁੰਦਾ ਵਾ. ਜੇ ਫਰਮ ਕਿਸੇ ਬਾਹਰੀ ਪਰਸਨ ਨੂੰ ਐਜ਼ ਏ ਮੈਨੇਜਰ ਅਪੁਆਇੰਟ ਕਰਦੀ ਆ ਤਾਂ ਉਹ ਇੱਕ ਫਰਮ ਦਾ ਐਕਸਪੈਂਸ ਹੋ ਜਾਂਦਾ ਵਾ ਤੇ ਉਹਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਸ਼ੋ ਕੀਤਾ ਜਾਂਦਾ ਵਾ. ਦੈਟ ਇਜ਼ ਸ਼ੋਨ ਇਨ ਪ੍ਰੋਫਿਟ ਐਂਡ ਲਾਸ ਅਕਾਊਂਟ. ਮਤਲਬ ਜਦੋਂ ਫਰਮ ਇੱਕ ਬਾਹਰੀ ਵਿਅਕਤੀ ਨੂੰ ਮੈਨੇਜਰ ਅਪੁਆਇੰਟ ਕਰਦੀ ਆ ਤਾਂ ਉਸ ਨੂੰ ਜਿਹੜੀ ਸੈਲਰੀ ਦਿੱਤੀ ਜਾਂਦੀ ਆ ਉਹ ਫਰਮ ਦਾ ਖਰਚਾ ਹੁੰਦਾ ਵਾ ਤੇ ਉਹਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ ਲਿਖਦੇ ਆ. ਤੇ ਜਦੋਂ ਇੱਕ ਮੈਨੇਜਰ ਹੁੰਦਾ ਵਾ ਉਹ ਪਾਰਟਨਰ ਵੀ ਹੋਵੇ, ਯਾਨੀ ਪਾਰਟਨਰ ਨੂੰ ਮੈਨੇਜਰ ਬਣਾਇਆ ਜਾਂਦਾ ਤਾਂ ਉਹਨੂੰ ਅਸੀਂ ਪ੍ਰੋਫਿਟ ਐਂਡ ਲਾਸ ਨਹੀਂ, ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਚ ਲਿਖਦੇ ਆ. ਹੁਣ ਸਾਡਾ ਕੇਸ ਇਹ ਆ ਵੀ ਅਸੀਂ ਬਾਹਰੋਂ ਪਰਸਨ ਨੂੰ ਅਪੁਆਇੰਟ ਕੀਤਾ ਹੋਇਆ ਵਾ ਤਾਂ ਉਹ ਮੈਨੇਜਰ ਆ, ਸਾਡਾ ਪਾਰਟਨਰ ਨਹੀਂ ਹੈ, ਤਾਂ ਉਹਦੀ ਸੈਲਰੀ ਪ੍ਰੋਫਿਟ ਐਂਡ ਲਾਸ ਅਕਾਊਂਟ ਚ ਪਊਗੀ. ਤਾਂ ਉਹਦੇ ਲਈ ਜਿਹੜੀ ਐਂਟਰੀ ਹੋਊਗੀ ਉਹ ਅਸੀਂ ਐਂਟਰੀ ਕਰਾਂਗੇ ਜਦੋਂ ਉਹਨੂੰ ਸੈਲਰੀ ਦੇਵਾਂਗੇ. ਸੈਲਰੀ ਅਕਾਊਂਟ ਡੈਬਿਟ ਟੂ ਕੈਸ਼, ਸੈਲਰੀ ਐਕਸਪੈਂਸ ਹੋ ਗਿਆ, ਕੈਸ਼ ਜਾ ਰਿਹਾ ਵਾ, ਸੈਲਰੀ ਅਕਾਊਂਟ ਡੈਬਿਟ ਟੂ ਕੈਸ਼. ਹੁਣ ਅਸੀਂ ਸੈਲਰੀ ਹੈ ਜਿਹੜੀ ਉਹ ਸਾਡਾ ਐਕਸਪੈਂਸ ਆ, ਉਹਨੂੰ ਅਸੀਂ ਟ੍ਰਾਂਸਫਰ ਕਰ ਦਾਂਗੇ ਪ੍ਰੋਫਿਟ ਐਂਡ ਲਾਸ ਅਕਾਊਂਟ ਨੂੰ. ਤਾਂ ਸਾਲ ਦੇ ਐਂਡ ਦੇ ਵਿੱਚ ਐਂਟਰੀ ਪਊਗੀ ਪ੍ਰੋਫਿਟ ਐਂਡ ਲਾਸ ਅਕਾਊਂਟ ਡੈਬਿਟ ਟੂ ਸੈਲਰੀ ਅਕਾਊਂਟ. ਸੋ ਇਹ ਦੋ ਐਂਟਰੀ ਪੈਣਗੀਆਂ, ਯਾਨੀ ਕਿ ਜਦੋਂ ਪੇਪਰ 'ਚ ਤੁਹਾਨੂੰ ਪੁੱਛਿਆ ਜਾਂਦਾ ਵਾ ਮੈਨੇਜਰ ਦੇ ਸੈਲਰੀ ਰਿਗਾਰਡਿੰਗ ਐਂਟਰੀਜ਼ ਪਾਓ ਤਾਂ ਤੁਸੀਂ ਐਂਟਰੀਜ਼ ਦੋ ਪਾਣੀਆਂ ਵਾ. ਪਹਿਲਾਂ ਸੈਲਰੀ ਟੂ ਕੈਸ਼, ਫਿਰ ਪ੍ਰੋਫਿਟ ਐਂਡ ਲਾਸ ਟੂ ਸੈਲਰੀ, ਫਿਰ ਇਹ ਕੰਪਲੀਟ ਐਂਟਰੀ ਮੰਨੀ ਜਾਂਦੀ ਆ. ਪਹਿਲਾਂ ਅਸੀਂ ਸੈਲਰੀ ਐਜ਼ ਐਕਸਪੈਂਸ ਦਿਖਾਵਾਂਗੇ, ਦੈਨ ਸੈਲਰੀ ਐਕਸਪੈਂਸ ਨੂੰ ਪ੍ਰੋਫਿਟ ਐਂਡ ਲਾਸ ਨੂੰ ਟ੍ਰਾਂਸਫਰ ਕਰਾਂਗੇ. ਉਸ ਤੋਂ ਬਾਅਦ ਪ੍ਰਬੰਧਕ ਦੇ ਕਮਿਸ਼ਨ ਸੰਬੰਧੀ ਲੇਖੇ, ਯਾਨੀ ਕਿ ਜੇ ਪ੍ਰਬੰਧਕ ਨੂੰ ਸੈਲਰੀ ਦਿੰਨੇ ਆ ਜਾਂ ਪ੍ਰਬੰਧਕ ਨੂੰ ਕਮਿਸ਼ਨ ਦਿੰਨੇ ਆ, ਸੌਰੀ ਇਹ ਹੈਗਾ ਵੀ ਪ੍ਰਬੰਧਕ ਆ ਇਹ ਸੈਲਰੀ ਦਿੱਤੀ ਸੀ, ਜੇ ਇਸੇ ਤਰ੍ਹਾਂ ਹੀ ਜੇ ਆਪਾਂ ਉਹਨੂੰ ਕਮਿਸ਼ਨ ਦੇਣਾ ਹੋਵੇ, ਸਿੰਪਲ ਸੈਲਰੀ ਜਗ੍ਹਾ ਕਮਿਸ਼ਨ ਲਿਖ ਦਿਓ, ਕਮਿਸ਼ਨ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ, ਸੈਕੰਡ ਸਾਲ ਦੇ ਐਂਡ 'ਚ ਪ੍ਰੋਫਿਟ ਐਂਡ ਲਾਸ ਅਕਾਊਂਟ ਡੈਬਿਟ ਟੂ ਕਮਿਸ਼ਨ ਅਕਾਊਂਟ. ਸੋ ਇਸ ਤਰ੍ਹਾਂ ਇਹਦੀ ਐਂਟਰੀ ਪਵੇਗੀ. ਨੈਕਸਟ ਹੈਗਾ ਆਪਣੇ ਕੋਲੇ ਕਮਿਸ਼ਨ ਦੀ ਗਣਨਾ, ਕੈਲਕੂਲੇਸ਼ਨ ਆਫ ਕਮਿਸ਼ਨ. ਕਮਿਸ਼ਨ ਕੈਲਕੂਲੇਟ ਕਿਵੇਂ ਕਰਨਾ ਵਾ? ਦੇਖੋ ਕਮਿਸ਼ਨ ਦੇਣ ਦਾ ਜਿਹੜਾ ਮੈਥਡ ਹੁੰਦਾ ਵਾ ਉਹ ਡਿਸਾਈਡਡ ਹੁੰਦਾ ਵਾ, ਪਾਰਟਨਰਸ ਡਿਸਾਈਡ ਕਰ ਦਿੰਦੇ ਜਾਂ ਡੀਡ ਦੇ ਵਿੱਚ ਲਿਖ ਦਿੰਦੇ ਆ. ਕਮਿਸ਼ਨ ਦੋ ਤਰ੍ਹਾਂ ਦਿੱਤਾ ਜਾ ਸਕਦਾ ਵਾ, ਜਾਂ ਤਾਂ ਸੇਲ ਦੇ ਉੱਪਰ, ਸੇਲ ਤੇ ਬੇਸਡ ਕਮਿਸ਼ਨ ਹੋ ਸਕਦਾ ਵਾ, ਜਾਂ ਫਿਰ ਨੈਟ ਪ੍ਰੋਫਿਟ ਤੇ ਬੇਸਡ ਹੋ ਸਕਦਾ. ਜਿਹੜਾ ਸੇਲ ਤੇ ਬੇਸਡ ਕਮਿਸ਼ਨ ਹੁੰਦਾ ਵਾ ਉਹਦੇ ਲਈ ਫਾਰਮੂਲਾ ਹੁੰਦਾ ਵਾ ਜਿੰਨੀ ਸੇਲ ਸਾਲ ਦੇ ਵਿੱਚ ਹੋਈ ਆ. ਸੋ ਕਮਿਸ਼ਨ ਇਜ਼ ਇਕੁਅਲ ਟੂ ਸੇਲ ਡਿਊਰਿੰਗ ਦਾ ਈਅਰ ਇਨਟੂ ਰੇਟ ਆਫ ਕਮਿਸ਼ਨ ਓਵਰ 100. ਸੋ ਸਿੰਪਲ ਫਾਰਮੂਲਾ ਵਾ, ਸੇਲ ਜਿੰਨੀ ਹੋਈ ਆ ਉਹਨੂੰ ਰੇਟ ਜਿਵੇਂ 10% ਆ ਵੱਡੇ 100 ਦੇ ਅਕੋਰਡਿੰਗਲੀ ਕੈਲਕੂਲੇਟ ਕਰ ਲਾਂਗੇ. ਕਈ ਵਾਰ ਕਮਿਸ਼ਨ ਆ ਜਿਹੜਾ ਉਹ ਪ੍ਰੋਫਿਟ ਤੇ ਬੇਸਡ ਹੁੰਦਾ ਵਾ, ਤਾਂ ਜਦੋਂ ਕਮਿਸ਼ਨ ਪ੍ਰੋਫਿਟ ਤੇ ਬੇਸਡ ਹੁੰਦਾ ਉਹਦੇ ਵਿੱਚ ਦੋ ਸਿਚੁਏਸ਼ਨਸ ਹੋ ਸਕਦੀਆਂ ਵਾ. ਪਹਿਲੀ ਤਾਂ ਹੈਗੀ ਆ ਵੀ ਸੇਲ ਵਾਂਗੂ ਇਹ ਜਿਹੜਾ ਕਮਿਸ਼ਨ ਆ ਉਹ ਇੱਕ ਨਿਸ਼ਚਿਤ ਰੇਟ ਤੇ ਦਿੱਤਾ ਜਾਂਦਾ ਵਾ, ਤਾਂ ਉਹਦਾ ਫਾਰਮੂਲਾ ਆ ਜਾਂਦਾ ਕਮਿਸ਼ਨ ਇਜ਼ ਇਕੁਅਲ ਟੂ ਨੈਟ ਪ੍ਰੋਫਿਟ ਡਿਊਰਿੰਗ ਦਾ ਈਅਰ, ਜਿੰਨਾ ਨੈਟ ਪ੍ਰੋਫਿਟ ਆਇਆ ਵਾ, ਰੇਟ ਆਫ ਕਮਿਸ਼ਨ ਓਵਰ 100. ਇਹ ਹੁੰਦਾ ਵਾ ਨੈਟ ਪ੍ਰੋਫਿਟ ਕਮਿਸ਼ਨ ਤੋਂ ਪਹਿਲਾਂ ਦਾ, ਜਿੰਨਾ ਕਮਿਸ਼ਨ ਨਹੀਂ ਦਿੱਤਾ ਉਦੋਂ ਪਹਿਲਾਂ ਜਿਹੜਾ ਨੈਟ ਪ੍ਰੋਫਿਟ ਨਿਕਲਿਆ ਆ, ਬਾਕੀ ਸਾਰਾ ਕੈਲਕੂਲੇਟ ਕਰਕੇ ਫਿਰ ਸਿੱਧਾ ਰੇਟ ਲਾ ਦੇਣਾ ਓਵਰ 100 ਲਾ ਦੇਣਾ. ਪਰ ਕਈ ਵਾਰ ਕੀ ਹੁੰਦਾ ਇੱਕ ਸੈਕੰਡ ਕੇਸ ਦਿੱਤਾ ਹੁੰਦਾ, ਜਿਹੜਾ ਕਮਿਸ਼ਨ ਮਿਲੂਗਾ ਉਹ ਸਾਂਝੇਦਾਰਾਂ ਯਾਨੀ ਪ੍ਰਬੰਧਕਾਂ ਨੂੰ ਜਿਹੜਾ ਕਮਿਸ਼ਨ, ਆਪਾਂ ਪ੍ਰਬੰਧਕਾਂ ਦੀ ਗੱਲ ਕਰਦੇ ਆ, ਸਾਂਝੇਦਾਰਾਂ ਲਈ ਵੀ ਸੇਮ ਹੁੰਦਾ, ਇਸ ਕਰਕੇ ਫਾਰਮੂਲੇ ਤਾਂ ਸੇਮ ਰਹਿਣਗੇ, ਪਰ ਆਪਾਂ ਮੈਨੇਜਰਸ ਦੀ ਗੱਲ ਕਰਦੇ ਆ. ਜਿਹੜਾ ਮੈਨੇਜਰ ਨੂੰ ਕਮਿਸ਼ਨ ਦਿੱਤਾ ਜਾਊਗਾ ਉਹ ਸ਼ੁੱਧ ਲਾਭ ਦਿੱਤਾ ਜਾਊਗਾ ਉਹਦੇ ਆਪ ਦੇ ਕਮਿਸ਼ਨ ਘਟਾਉਣ ਤੋਂ ਬਾਅਦ. ਰੇਟ ਹੋਊਗੀ ਜਿਹੜੀ ਉਹਦੇ ਆਪ ਦੇ ਕਮਿਸ਼ਨ ਘਟਾਉਣ ਤੋਂ ਬਾਅਦ ਜਿਹੜਾ ਨੈਟ ਪ੍ਰੋਫਿਟ ਹੋਊਗਾ ਉਹ ਤੇ ਬੇਸਡ ਹੋਊਗੀ, ਨੈਟ ਪ੍ਰੋਫਿਟ ਆਫਟਰ ਚਾਰਜਿੰਗ ਸੱਚ ਕਮਿਸ਼ਨ. ਇਸ ਕੇਸ ਦੇ ਵਿੱਚ ਸਾਡਾ ਫਾਰਮੂਲਾ ਹੋ ਜਾਣਾ ਕਮਿਸ਼ਨ ਇਜ਼ ਇਕੁਅਲ ਟੂ ਨੈਟ ਪ੍ਰੋਫਿਟ ਬਿਫੋਰ ਚਾਰਜਿੰਗ ਸੱਚ ਕਮਿਸ਼ਨ. ਇੱਥੇ ਆ ਵੈਲਿਊ ਦੇ ਆ ਵੈਲਿਊ ਬਰਾਬਰ ਆ, ਇਹ ਧਿਆਨ ਰੱਖਣਾ. ਨੈਟ ਪ੍ਰੋਫਿਟ ਬਿਫੋਰ ਚਾਰਜਿੰਗ ਕਮਿਸ਼ਨ ਇੱਥੇ ਆ, ਨੈਟ ਪ੍ਰੋਫਿਟ ਡਿਊਰਿੰਗ ਦਾ ਈਅਰ, ਇਹ ਦੋਨੇ ਸੇਮ ਗੱਲਾਂ ਹੀ ਆ ਸਾਡੇ ਲਈ, ਕਿਉਂਕਿ ਇਹ ਚ ਰੇਟ ਹੋਰ ਤਰ੍ਹਾਂ ਲਿਖੀ ਆ, ਇਸ ਕਰਕੇ ਅਸੀਂ ਹੋਰ ਤਰ੍ਹਾਂ ਲਿਖਤਾ ਇਹਨੂੰ. ਨੈਟ ਪ੍ਰੋਫਿਟ ਹੀ ਆ ਡਿਊਰਿੰਗ ਦਾ ਈਅਰ, ਇਹੀ ਨੈਟ ਪ੍ਰੋਫਿਟ ਇੱਥੇ ਆਣਾ ਵਾ.
इत्थे क्लैरिटी लिए असीं लिखता नेट प्रॉफिट बिफोर चार्जिंग सच कमीशन इनटू रेट ऑफ कमीशन जिवें 10% ओवर 100 प्लस रेट करना वा क्योंकि इत्थे कंडीशन ये लाई है भी उन्होंने कमीशन मिलना वा शुद्ध लाभ विचों ये कमीशन घटाउण तो बाद मतलब नैट प्रॉफिट आफ्टर चार्जिंग सच कमीशन जो नैट प्रॉफिट आफ्टर चार्जिंग सच कमीशन होगा तो थले रेट 100% रेट आना वा रेट अपॉन 100 प्लस रेट ठीक है ये सी कमीशन दी कैलकुलेशन एक सिंपल सेल ते आ रेट ओवर 100 एक सिंपल प्रॉफिट ते आ प्रॉफिट इनटू रेट ओवर 100 एक हैगा प्रॉफिट आफ्टर चार्जिंग सच कमीशन उदों आया ना वा नैट प्रॉफिट इनटू रेट ओवर 100 प्लस रेट नैक्सट हैगा साझेदारां नूं किराए संबंधी लेखा विधि अकाउंटिंग ट्रीटमेंट ऑफ रेंट टू पार्टनर देखो कई बार पार्टनर्स नूं जो पार्टनर्स अपनी जमीन या अपना प्लाट या अपनी शॉप फर्म नूं यूज करने लई दे दिंदे आ तां पार्टनरशिप डीड होवे चाहे ना होवे रेंट तां देना ही पऊगा यानी कि जिहड़ा रेंट आ वो बिजनेस दा एक्सपेंस हुंदा वा वो तां देना ही पऊगा तां उहदे लई एंट्री होऊगी जदों रेंट दित्ता जांदा रेंट टू कैश सिंपल एंट्री है खर्चे दी ਤਾਂ ਪ੍ਰੋਫਿਟ ਐਂਡ ਲਾਸ ਟੂ ਰੈਂਟ ਇਹ ਹਮੇਸ਼ਾ ਪ੍ਰੋਫਿਟ ਐਂਡ ਲਾਸ ਚ ਹੀ ਆਏਗਾ ਚਾਹੇ ਰੈਂਟ ਤੁਸੀਂ ਪਾਰਟਨਰ ਨੂੰ ਦਿੱਤਾ ਚਾਹੇ ਕਿਸੇ ਆਊਟਸਾਈਡਰ ਨੂੰ ਦਿੱਤਾ ਕਿਉਂਕਿ ਰੈਂਟ ਆ ਜਿਹੜਾ ਤੁਹਾਡਾ ਐਕਸਪੈਂਸ ਹੋਊਗਾ ਸਿੰਪਲ ਐਂਟਰੀ ਹੋਗੀ ਰੈਂਟ ਟੂ ਕੈਸ਼ ਪ੍ਰੋਫਿਟ ਐਂਡ ਲਾਸ ਟੂ ਰੈਂਟ ਇਹ ਕੰਪਲੀਟ ਐਂਟਰੀ ਮੰਨੀ ਜਾਂਦੀ ਹੈ ਜਦੋਂ ਰੈਂਟ ਦੀ ਐਂਟਰੀ ਪਾਉਣ ਨੂੰ ਗਿਆ ਦੋਨੇ ਐਂਟਰੀਆਂ ਪਾਉਣੀਆਂ ਤੁਸੀਂ ਦੈਨ ਸਾਂਝੇਦਾਰਾਂ ਦਿੱਤੇ ਕਰਜ਼ੇ ਉੱਪਰ ਵਿਆਜ ਸੰਬੰਧੀ ਲੇਖਾ ਅਕਾਊਂਟਿੰਗ ਟ੍ਰੀਟਮੈਂਟ ਆਫ ਇੰਟਰਸਟ ਔਨ ਲੋਨ ਗਿਵਨ ਬਾय ਦ ਪਾਰਟਨਰ ਆਪਾਂ ਕੀਤਾ ਸੀਗਾ ਵੀ ਜੇ ਪਾਰਟਨਰਸ਼ਿਪ ਡੀਡ ਨਾ ਹੋਵੇ ਤਾਂ ਵੀ ਪਾਰਟਨਰ ਨੂੰ ਲੋਨ ਤੇ ਵਿਆਜ ਮਿਲੂਗਾ ਕਿੰਨੀ ਦਰ ਨਾਲ ਮਿਲੂਗਾ 6% ਜੇ ਡੀਡ ਦੇ ਵਿੱਚ ਜੋ ਲਿਖਿਆ ਉਹ ਤਾਂ ਮਿਲਣਾ ਹੀ ਹੈ ਜੇ ਉਹ 10% ਲਿਖਿਆ ਤਾਂ 10% ਮਿਲ ਜੂਗਾ 12 ਲਿਖਿਆ 12 ਮਿਲ ਜੂਗਾ ਜੇ ਡੀਡ ਨਹੀਂ ਵੀ ਹੈਗੀ ਤਾਂ ਵੀ ਉਹਨਾਂ ਨੂੰ 6% ਤਾਂ ਮਿਲਣਾ ਹੀ ਮਿਲਣਾ ਵਾ ਕਿਉਂਕਿ ਇੰਟਰਸਟ ਔਨ ਲੋਨ ਆ ਜਿਹੜਾ ਉਹ ਬਿਜ਼ਨਸ ਦਾ ਐਕਸਪੈਂਸ ਮੰਨਿਆ ਜਾਂਦਾ ਵਾ ਕਿਉਂਕਿ ਬਿਜ਼ਨਸ ਨੇ ਪਾਰਟਨਰ ਦੀ ਕੈਪੀਟਲ ਨੂੰ ਯੂਜ਼ ਕੀਤਾ ਇਸ ਕਰਕੇ ਐਕਸਪੈਂਸ ਦੀ ਐਂਟਰੀ ਪਊਗੀ ਇੰਟਰਸਟ ਔਨ ਲੋਨ ਟੂ ਕੈਸ਼ सेकेंड एंट्री हो जाएगी प्रॉफिट एंड लॉस अकाउंट डेबिट टू इंटरस्ट ऑन लोन यानी कि खर्चे की एंट्री पऊगी कंप्लीट एंट्री नाल इंटरस्ट ऑन लोन की एंट्री बन गई नैक्सट है वा साझेदारी दे पूंजी खाते कैपिटल अकाउंट ऑफ पार्टनर कैपिटल अकाउंट ऑफ पार्टनर देखो साझेदार जिहड़े पार्टनर हुंदे आ उन्होंने की करना हुंदा वा उन्होंने बिजनेस शुरू किया तो अपनी अपनी अमाउंट इन्वेस्ट करते हैं यानी कि पैसे इन्वेस्ट करते हैं निवेश करते हैं बिजनेस दे विच ते साल दे विच कई तरह दी ट्रांसैक्शनस भी करते हैं बिजनेस दे अपने व्यापार दे नाल सो हरेक पार्टनर दा असीं रखना हुंदा हिसाब किताब ते हरेक पार्टनर लई एक अकाउंट तैयार किया जाता वा क्योंकि जिहड़ा पार्टनर वो एक परसन आ इस करके जिहड़ा कैपिटल अकाउंट हुंदा वो परसनल अकाउंट हुंदा वा ਤੇ ਜੋ ਵੀ ਉਹਦੀ ਟ੍ਰਾਂਸੈਕਸ਼ਨਸ ਹੈਗੀਆਂ ਬਿਜ਼ਨਸ ਦੇ ਨਾਲ ਯਾਨੀ ਸਾਂਝੇਦਾਰੀ ਨਾਲ ਪਾਰਟਨਰਸ਼ਿਪ ਦੇ ਨਾਲ ਉਹ ਇਸ ਅਕਾਊਂਟ 'ਚ ਰਿਕਾਰਡ ਕੀਤੀ ਜਾਊਗੀ ਕੀ ਹੋ ਸਕਦੀ ਆ ਸਾਂਝੇਦਾਰਾਂ ਨੂੰ ਸੈਲਰੀ ਦਿੱਤੀ ਜਾ ਸਕਦੀ ਹੈ ਕਮਿਸ਼ਨ ਦਿੱਤਾ ਜਾ ਸਕਦਾ ਫੀਸ ਬੋਨਸ ਇੰਟਰਸਟ ਔਨ ਕੈਪੀਟਲ ਸ਼ੇਅਰ ਦਿੱਤਾ ਜਾ ਸਕਦਾ ਪ੍ਰੋਫਿਟ 'ਚ ਤੇ ਜੋ ਉਹਨਾਂ ਨੇ ਬਿਜ਼ਨਸ 'ਚ ਕੈਪੀਟਲ ਲਗਾਈ ਉਹ ਤੇ ਇੰਟਰਸਟ ਵੀ ਦੇ ਸਕਦੇ ਆ ਜੋ ਉਹਨਾਂ ਨੇ ਅਮਾਉਂਟ ਵਿਡਰਾਉਨ ਕੀਤੀ ਆ ਉਹ ਤੇ ਉਹਦੇ ਉੱਤੇ ਜਿਹੜਾ ਇੰਟਰਸਟ ਆ ਜਾਂ ਜੋ ਪੈਨਲਟੀ ਆ ਜਾਂ ਕਈ ਵਾਰ ਹਾਨੀ ਹੋ ਜਾਂਦੀ ਆ ਤਾਂ ਉਹ ਵੀ हानि भी कैपिटल अकाउंट च लिखी जाती है ते जो भी पार्टनर्स नूं फर्म ने देना वा ओह कैपिटल अकाउंट च डेबिट किया जाता वा यानी कि सैलरी कमीशन फीस बोनस इंटरस्ट ऑन कैपिटल शेयर इन प्रॉफिट ये सारे डेबिट साइड लिखे जाएंगे टू सैलरी कमीशन इंटरस्ट वगैरह लिख के ते जो भी पार्टनर्स तो लेना हो जाता वा फर्म ने ਉਹ ਕੈਪੀਟਲ ਦੇ ਡੈਬਿਟ ਸਾਈਡ ਲੱਗੂਗਾ ਕਿਉਂਕਿ ਜਦੋਂ ਪਾਰਟਨਰ ਨੂੰ ਕੁਝ ਮਿਲਦਾ ਸੈਲਰੀ ਕਮਿਸ਼ਨ ਫੀਸ ਬੋਨਸ ਤਾਂ ਉਹਨਾਂ ਦੀ ਕੈਪੀਟਲ ਵੱਧ ਜਾਂਦੀ ਆ ਸੋ ਉਹਨਾਂ ਦੀ ਕੈਪੀਟਲ ਵੱਧ ਜਾਂਦੀ ਆ ਤੇ ਜਦੋਂ ਉਹਨਾਂ ਨੇ ਸਾਨੂੰ ਕੁਝ ਦੇਣਾ ਵਾ ਯਾਨੀ ਕਿ ਜਿਹੜਾ ਵੀ ਜਦੋਂ ਉਹ ਦੇਖੋ ਕੈਪੀਟਲ ਆ ਕ੍ਰੈਡਿਟ ਹੁੰਦੀ ਆ सो कैपिटल क्रेडिट होंदी आ सो कैपिटल अकाउंट बन गया कैपिटल अकाउंट च डेबिट साइड होगी क्रेडिट साइड होगी जिहड़ी कैपिटल होंदी आ ओह दा बैलेंस क्रेडिट हुंदा वा उहनूं बाय बैलेंस करके लिखिया जांदा कैपिटल च जो भी सैलरी कमीशन फीस बोनस इंटरस्ट ऑन कैपिटल ते शेयर इन प्रॉफिट ये पार्टनर्स नूं देने आ तां इन्हां नाल कैपिटल वधूगी
सो इस करके जिस साइड कैपिटल आ क्रेडिट साइड, ये क्रेडिट साइड ही लिखिया जाएगियां, बाय सैलरी, बाय कमीशन, बाय फीस, बाय बोनस, बाय इंटरस्ट ऑन कैपिटल, बाय शेयर इन प्रॉफिट। इस तो इलावा जो उन्होंने तो असी पेमेंट लैनी आ, यानी कि जो उन्होंने कटना वा, जिवें उन्होंने ड्राइंग लै ली, उन्होंने कैपिटल घटूगी तो टू वाली साइड लिखे जाएंगे, इंटरस्ट ऑन ड्राइंग भी टू वाली साइड लिखी जाऊगी, पेनल्टी भी टू वाली साइड लिखी जाऊगी। यानी कि जो प्रॉफिट एंड लॉस एप्रोप्रिएशन अकाउंट च टू वाली साइड हुंदा वा, टू सैलरी, टू कमीशन, टू बोनस, वो कैपिटल अकाउंट च बाय वाली साइड आ जाऊगा। जो बाय वाली हुंदा साइड प्रॉफिट एंड लॉस एप्रोप्रिएशन च, वो टू वाली साइड आ जाएगा कैपिटल अकाउंट च। ਇਹਦਾ ਲੌਜੀਕ ਇਹ ਆ ਵੀ ਕੈਪੀਟਲ ਕ੍ਰੈਡਿਟ ਹੁੰਦੀ ਆ ਜਦੋਂ ਉਹਨਾਂ ਨੇ ਸਾਨੂੰ ਪੈਸੇ ਦਿੱਤੇ ਹੋਏ ਆ, ਕ੍ਰੈਡਿਟ ਆ ਉਹਨਾਂ ਦੀ, ਯਾਨੀ ਕਿ ਉਹਨਾਂ ਨੇ ਕੈਪੀਟਲ ਅਮਾਉਂਟ ਇਨਵੈਸਟ ਕੀਤੀ ਹੋਈ ਆ। ਅਸੀਂ ਕਹਿੰਦੇ ਆ ਵੀ ਤੁਹਾਡੀ ਸੈਲਰੀ ਬਣ ਗਈ, ਅਸੀਂ ਸੈਲਰੀ ਉਹਨਾਂ ਨੂੰ ਜਦੋਂ ਦੇ ਦਿੰਨੇ ਆ ਤਾਂ ਉਹਨਾਂ ਦੀ ਜਿਹੜੀ ਅਮਾਉਂਟ ਇਨਵੈਸਟਡ ਹੁੰਦੀ ਆ, ਉਹਨਾਂ ਦੀ ਕੈਪੀਟਲ ਵੱਧ ਜਾਂਦੀ ਆ। ਇਸ ਕਰਕੇ ਇਹਨੂੰ ਕੈਪੀਟਲ ਵਾਲੀ ਸਾਈਡ ਰੱਖਣਾ, ਯਾਨੀ ਕ੍ਰੈਡਿਟ ਆ ਤਾਂ ਕ੍ਰੈਡਿਟ ਕਰਨਾ ਵਾ ਜੇ ਉਹਨਾਂ ਨੂੰ ਕੁਝ ਦੇਣਾ ਵਾ, ਜੇ ਉਹਨਾਂ ਤੋਂ ਕੁਝ ਲੈਣਾ ਜਾਂ ਉਹਨਾਂ ਨੇ ਕੁਝ ਲੈ ਲਿਆ ਵਾ ਤਾਂ ਉਹਨੂੰ ਅਸੀਂ ਡੈਬਿਟ ਸਾਈਡ ਲਿਖਦੇ ਆ। कैपिटल अकाउंट दो तरह का हो सकता वा, पहला हुंदा वा फ्लक्चुएटिंग कैपिटल अकाउंट, दूजा हुंदा फिक्स्ड कैपिटल अकाउंट। देखो फ्लक्चुएटिंग कैपिटल अकाउंट आपां नॉर्मली गल करदे आ जदों इक्को ही अकाउंट बनाया जांदा वा पार्टनर्स दे लई, पार्टनर्स दी कैपिटल दे लई सिंगल अकाउंट हुंदा, ओहनूं असीं फ्लक्चुएटिंग कैपिटल अकाउंट कहंदे आ। नाम तो हुंदा वा भी इहदे विच कैपिटल आ जिहड़ी कदी इनक्रीज हुंदी रहिंदी है, कदी डिक्रीज हुंदी रहिंदी है। जदों जदों ट्रांसैक्शन होऊगी उहनां दी मेन जो अमाउंट इन्वेस्टेड आ ओह कदी वध जाएगी जां कदी घट जाएगी। सो मतलब इस तरह ही हुंदा रहेगा, इस करके इहनूं फ्लक्चुएटिंग कैपिटल कहंदे आ। इहदे विच की कीता जांदा, इक्को ही कैपिटल अकाउंट आ जांदा वा, इह पर्सनल अकाउंट हुंदा वा, पार्टनर दा अकाउंट हो गया। सो जिन्नी कैपिटल तुहाडी स्टार्ट दे विच हैगी आ उहनूं बाय बैलेंस करके लिखिया जाऊगा। जे पार्टनर्स ने होर कैपिटल लगाती तो कैपिटल वध गई, इस करके बाय कैश लिखिया जाऊगा। जे उन्हां दी सैलरी बन गई तो बाय सैलरी, जे कमीशन बन गया बाय कमीशन, बाय इंटरस्ट ऑन कैपिटल, इदां ही बोनस हो गया तो बाय बोनस, इदां ही रेम्यूनरेशन हो गया बाय रेम्यूनरेशन, इदां ही जे प्रॉफिट मिल गया तो बाय प्रॉफिट एंड लॉस। ये सारे नाल कैपिटल वधदी है, इस करके क्रेडिट साइड आउणगे। उस तो इलावा जे उन्होंने कुछ अमाउंट विड्रॉन कर ली टू ड्राइंग, ਉਹਦੇ ਤੇ इंटरस्ट पै गया, वो भी कटना वा टू इंटरस्ट ऑन ड्राइंग। उस तो बाद जे कोई पेनल्टी लग गई टू पेनल्टी। सो इसका टोटल लगा लेना वा, फिर जो माइनस कर देना वा, बैलेंस आ जाएगा, एक क्लोजिंग कैपिटल आ जाएगी पार्टनर्स की। ये हुंदा फ्लक्चुएटिंग कैपिटल अकाउंट। जो जो कैपिटल नूं वधांदा वा इस साइड, जो उन्हां नूं देना वा आपां, जो उन्हां तो लैना वा जां जो उन्हां ने आप विड्रॉ कर लिया वो इधरली साइड आ जाएगा। नेक्स्ट हैगा अपने कोल टॉपिक स्थाई पूंजी फिक्स्ड कैपिटल। देखो ये की प्रोविजन होंदी है भी जो अमाउंट एक बार पार्टनर्स ने लगाती वो चेंज नहीं हो सकती आम हालातों दे विच। जनरली उन्होंने चेंज नहीं किया जा सकता, यानी कि जिहड़ी कैपिटल आ वो फिक्स्ड हुंदी आ, उन्होंने ना ही घटाया जा सकता ना ही वधाया जा सकता वा। आम तौर पर उन्होंने घटाया वधाया नहीं जा सकता, बट वो परमानेंट चेंज किए जा सकते हैं, साल दे विच एक अद्धी बार चेंज हो सकते हैं। मतलब वो कैपिटल फिक्स्ड हुंदी आ, नॉर्मल डे टू डे ट्रांसैक्शनस दा उहदे उत्ते फर्क नहीं पएगा। सो जो कैपिटल फिक्स्ड हुंदी आ तां पार्टनर्स दे दो अकाउंट बनाए जांदे, एक कैपिटल अकाउंट एक करंट अकाउंट। कैपिटल अकाउंट जिहड़ा हुंदा वा हुण ओह इन्हां ने जो एक्चुअल च इन्वेस्ट कीता उहदे नाल शुरू हुंदा। मतलब कैपिटल अकाउंट हो गया जो बैलेंस उन्होंने ने लगाया अमाउंट, फिर उस नाल जे कोई एडिशनल कैपिटल लगाती, परमानेंट एडिशन किया कैपिटल दे विच, वो आ जाएगा बाय कैश एडिशनल कैपिटल। इदां ही परमानेंट ड्राइंग होवे वो भी इधर आ जाएगी। जो कोई परमानेंट ड्राइंग की आ वो भी इस साइड आएगी, इत्थे लिखी नहीं हुई, वो आपां इत्थे लिख दांगे टू कैश परमानेंट ड्राइंग लिखिया होगा भी इन्होंने परमानेंटली रुपये कढ़ा लिया। सो टू कैश परमानेंट ड्राइंग इधर आ जाएगी। सो देखो ये कैपिटल अकाउंट से लिखिया नहीं हैगा। सो कैपिटल अकाउंट जो बैलेंस है इधर, एडिशनल कैपिटल लगाई है इधर, इदा ही जो परमानेंट ड्राइंग कर ली तो इत्थे आ जाएगी, तो बाकी बैलेंस आ जाएगा। ये फिक्स्ड कैपिटल अकाउंट हो गया। उस तो बाद ये नाल एक अकाउंट बनाया जाता जिस डे टू डे ट्रांसैक्शन लिखिया जाएंगे, उन्होंने करंट अकाउंट कहते हैं। करंट अकाउंट दे विच हुण डे टू डे ट्रांसैक्शन जो पार्टनर्स नाल आ वो लिखिया जाएंगियां। इहदे विच परमानेंट एडिशनल परमानेंट ड्राइंग ओपनिंग कैपिटल ते एडिशनल कैपिटल नहीं लिखी जाएगी। करंट अकाउंट का भी अपना बैलेंस हो सकता वा। करंट अकाउंट का बैलेंस डेबिट भी हो सकता, क्रेडिट भी हो सकता। जो डेबिट बैलेंस है टू बैलेंस लिख देंगे, जो क्रेडिट बैलेंस है बाय बैलेंस लिख देंगे। हुण जो बैलेंस जो पार्टनर्स नूं देना वा, सैलरी कमीशन इंटरस्ट ऑन ड्राइंग बोनस, ये सब क्रेडिट किया जाऊगा जिवें कैपिटल अकाउंट च कीता सी असीं। ਇਹਦੇ ਨਾਲ ਕੀ ਹੋਊਗਾ, ਇਹਨਾਂ ਦਾ ਕਰੰਟ ਬੈਲੈਂਸ ਜੇ ਕ੍ਰੈਡਿਟ ਹੈ ਤਾਂ ਕ੍ਰੈਡਿਟ ਬੈਲੈਂਸ ਵੱਧ ਜਾਏਗਾ। ਇਦਾਂ ਹੀ ਜੋ ਉਹਨਾਂ ਨੇ ਵਿਡਰੋ ਕਰ ਲਿਆ, ਜਿਵੇਂ ਡਰਾਇੰਗ ये ऑर्डिनरी ड्राइंग कर दे, परमानेंट ड्राइंग नहीं ऑर्डिनरी ड्राइंग कर दे, लिखा आएगा क्वेश्चन च भी ऑर्डिनरी है परमानेंट। फिर इंटरस्ट ऑन ड्राइंग ते पेनल्टी,
ਇਹ ਸਾਰਾ ਅਸੀਂ ਡੈਬਿਟ ਕਰ ਦੇਣਾ ਵਾ। ਉਸ ਤੋਂ ਬਾਅਦ ਟੋਟਲ ਲਾ ਲੈਣਾ ਵਾ, ਜਿੱਧਰ ਵੀ ਘਟਦਾ ਹੋਇਆ ਉਧਰ ਅਸੀਂ ਬੈਲੈਂਸ ਲਿਖ ਦੇਣਾ ਵਾ। ਯਾਨੀ ਇਹ ਕੈਪੀਟਲ ਅਕਾਊਂਟ ਹੀ ਹੈ ਇੱਕ ਤਰ੍ਹਾਂ ਦਾ, ਜਿਹੜਾ ਸਿੰਗਲ ਕੈਪੀਟਲ ਅਕਾਊਂਟ ਆ। ਸਾਰੀਆਂ ਟ੍ਰਾਂਜੈਕਸ਼ਨਸ ਉਹੀ ਆਣੀਆਂ, ਪਰ ਬੈਲੈਂਸ ਕਰੰਟ ਅਕਾਊਂਟ ਦਾ ਲਿਖ ਲੈਣਾ ਵਾ ਜਦੋਂ ਕੈਪੀਟਲ ਫਿਕਸਡ ਹੋਵੇ। ਯਾਨੀ ਕਿ ਜੇ ਕੈਪੀਟਲ ਕੱਲੀ ਆ ਜਾਂ ਕੈਪੀਟਲ ਫਲਕਚੁਏਟਿੰਗ ਦਾ ਇੱਕੋ ਹੀ ਅਕਾਊਂਟ ਬਣੇਗਾ, ਜੇ ਕੈਪੀਟਲ ਫਿਕਸ ਆ ਤਾਂ ਦੋ ਅਕਾਊਂਟ ਬਣਨਗੇ, ਇੱਕ ਕੈਪੀਟਲ ਅਕਾਊਂਟ, ਇੱਕ ਕਰੰਟ ਅਕਾਊਂਟ। ਕਈ ਵਾਰ ਇਹਨੂੰ ਫਿਕਸਡ ਕੈਪੀਟਲ ਅਕਾਊਂਟ ਵੀ ਲਿਖ ਦਿੰਦੇ ਆ, ਇਹਨੂੰ ਕਰੰਟ ਅਕਾਊਂਟ ਲਿਖਦੇ ਆ। ਠੀਕ ਹੈ ਜੀ। ਜਿਹੜੀ ਫਿਕਸਡ ਕੈਪੀਟਲ ਅਕਾਊਂਟ ਯਾਨੀ ਕੈਪੀਟਲ ਅਕਾਊਂਟ ਹੁੰਦਾ, ਉਹਦਾ ਬੈਲੈਂਸ ਹਮੇਸ਼ਾ ਕ੍ਰੈਡਿਟ ਹੁੰਦਾ ਵਾ। ਠੀਕ ਹੈ। ਉਹਦੇ ਵਿੱਚ ਇਸ ਵੱਧੋ ਵੱਧ ਇੱਕ ਤਾਂ ਬਾਈ ਕੈਸ਼ ਦੀ ਐਂਟਰੀ ਆ ਸਕਦੀ ਹੈ, ਇੱਕ ਟੂ ਕੈਸ਼ ਦੀ ਐਂਟਰੀ ਆ ਸਕਦੀ ਹੈ, ਤੇ ਬਾਕੀ ਬੈਲੈਂਸ ਆਏਗਾ ਬਸ। ਪਰ ਕਰੰਟ ਅਕਾਊਂਟ ਆ, ਇਹਦੇ ਚ ਬਾਕੀ ਸਾਰੀਆਂ ਟ੍ਰਾਂਜੈਕਸ਼ਨ ਆਉਣਗੀਆਂ ਜੋ ਉੱਪਰ ਨਹੀਂ ਲਿਖੀਆਂ, ਜੋ ਪਾਰਟਨਰ ਨਾਲ ਹੋਈਆਂ ਵਾ। ਜੇ ਉਹਨਾਂ ਨੂੰ ਕੁਝ ਅਸੀਂ ਦੇਣਾ ਵਾ ਤਾਂ ਉਹ ਕ੍ਰੈਡਿਟ ਹੋ ਜਾਏਗਾ, ਜੇ ਉਹਨਾਂ ਤੋਂ ਕੁਝ ਲੈਣਾ ਵਾ ਜਾਂ ਉਹਨਾਂ ਨੇ ਕੁਝ ਵਿਡਰਾਅ ਕਰ ਲਿਆ ਉਹ ਡੈਬਿਟ ਹੋ ਜਾਏਗਾ। ਇਸ ਤਰ੍ਹਾਂ ਬੈਲੈਂਸ ਨਿਕਲੇਗਾ। ਥੈਂਕਸ ਫॉर ਵਾਚਿੰਗ। ਸੋ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ।